ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਸਵਾਮੀ ਸਰਵਣ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਕਮਲਾਂ ਵਿੱਚ ਵਿਰਾਜਮਾਨ ਗੁਰੂ ਸਾਧ ਸੰਗਤ ਜੀ, ਸਭ ਸੰਗਤਾਂ, ਸ਼੍ਰੀਮਾਨ ਸੁਰਿੰਦਰਪਾਲ ਜੀ, ਜਿਨ੍ਹਾਂ ਨੂੰ ਜਿੰਨੀ ਸਵਾਸਾਂ ਦੀ ਪੂੰਜੀ ਮਿਲੀ ਸੀ, ਹੋ ਕੇ ਗੁਰੂ ਚਰਨਾਂ ਵਿੱਚ ਜਾ ਬਰਾਜੇ ਹਨ। ਉਹਨਾਂ ਦੀ ਯਾਦ ਵਿੱਚ ਸਾਰੀਆਂ ਸੰਗਤਾਂ ਇਕੱਤਰ ਹੋਈਆਂ ਹਨ। ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਜਾਪ ਹੋਏ ਹਨ। ਉਪਰੰਤ ਅੰਮ੍ਰਿਤ ਬਾਣੀ ਦੇ ਵਿਰਾਗਮਈ ਕੀਰਤਨ ਆਪ ਸਭ ਸੰਗਤਾਂ ਨੇ ਸਰਵਣ ਕੀਤੇ ਹਨ। ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਅੰਮ੍ਰਿਤ ਬਾਣੀ ਵਿੱਚ ਸਮੁੱਚੀ ਮਾਨਵਤਾ ਨੂੰ ਵਿਰਾਗਮਈ ਉਪਦੇਸ਼ ਬਖਸ਼ਿਸ਼ ਕਰਦੇ ਹਨ। ਹੰਸ ਪਖੇਰੂ ਚੰਚਲ ਭਾਈ, ਸਮਝ ਪੇਖ ਮਨ ਮਾਹੇ, ਪ੍ਰਤਪਲ ਮੀਟ ਗਰਾਸੇ ਦੇਹੀ, ਪੁਨਰ ਵਿਦਾਸ ਚੇਤੋ ਨਾਹੇ। ਕਿ ਸਮੇਂ ਦੇ ਬਤੀਤ ਹੋਣ ਦੇ ਨਾਲ ਪਲ ਪਲ ਜੀਵ ਦੀ ਉਮਰ ਘਟਦੀ ਜਾ ਰਹੀ ਹੈ ਔਰ ਦੁਬਾਰਾ ਇਹ ਅਨਮੋਲ ਜੀਵਨ ਪ੍ਰਾਪਤ ਨਹੀਂ ਹੋਣਾ। ਇਸ ਲਈ ਇਸ ਜੀਵ ਨੂੰ ਆਪਣੇ ਸਵਾਸਾ ਰੂਪੀ ਪੂੰਜੀ ਨੂੰ ਹਰ ਨੂੰ ਚੇਤੇ ਕਰਨ ਵਿੱਚ ਲਗਾਉਣਾ ਚਾਹੀਦਾ ਹੈ। ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਨ ਖਾਨੇ। ਜਗਤ ਗੁਰੂ ਰਵਿਦਾਸ ਮਹਾਰਾਜ ਜੀ ਇਸ ਮਾਨਵ ਜੀਵਨ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਹਰ ਨੂੰ ਭੁੱਲੇ ਹੋਏ ਦੀਵਾਨੇ ਝੱਲੇ ਪੁਰਸ਼ਾ, ਇਹ ਜੀਵ ਤੈਨੂੰ ਇਸ ਗੱਲ ਦਾ ਚੇਤਾ ਨਹੀਂ ਕਿ ਇੱਕ ਨਾ ਇੱਕ ਦਿਨ ਇਹ ਸੰਸਾਰ ਛੱਡ ਕੇ ਜਾਣਾ ਹੈ। ਇਹ ਟਲ ਸੱਚਾਈ ਹੈ। जल की पीत पवन का थंबा, रक्त बूंद का गारा, हाड मांस नाड़ी को पिंजर, पंखी बसे बेचारा। प्राणी क्या मेरा क्या तेरा, जैसे तरवर पंख बसेरा। जगत गुरु रविदास महाराज जी ने अमृत बाणी विच विश्व नूं विग्यानक सोच दिती है कि जो शरीर है ਪੰਜਾਂ ਤੱਤਾਂ ਤੋਂ ਬਣਿਆ ਹੋਇਆ ਹੈ। ਇਸ ਵਿੱਚ ਪਾਣੀ ਦੀ ਗੰਧ ਹੈ, ਹਵਾ ਦਾ ਥੰਮ ਹੈ, ਰਕਤ ਦਾ ਗਾਰਾ ਲੱਗਾ ਹੋਇਆ ਹੈ, ਹੱਡ ਮਾਸ ਨਾੜੀਆਂ ਦਾ ਇੱਕ ਪਿੰਜਰ ਹੈ। ਇਸ ਵਿੱਚ ਜੀਵ ਰੂਪੀ ਪੰਛੀ ਵਸਦਾ ਹੈ ਔਰ ਇਸ ਜੀਵ ਦਾ ਸੰਸਾਰ ਕਹਿਣਾ ਇਸ ਤਰ੍ਹਾਂ ਦਾ ਹੈ। प्राणी क्या मेरा क्या तेरा, जैसे करवर पंख बसेरा। पंखी आकाश में उड़ता, रात कटने रिश्ता सारा रहता, सवेरे मुंह चढ़ जाता। इसी प्रकार ये जीव रूपी पंखी संसार की व्यक्ति की रात्रि रूपी अनमोल जीवन व्यतीत करने वास्ते आया है। सवेरा हर समा होते जीव नूं संसार छड़ के जाना पैदा है। ये अटल सच्चाई है। जगत गुरु रविदास जी महाराज अमृत बाणी विच विश्व नूं विरागमई उपदेश बख्शिश करते हैं। दम छसै सहंस 21, हर दिन खजाने ते जाहे वे। इस अनमोल जीवन के सवासा रूपी पूंजी चों 21,600 ਸਵਾਸ ਹਰ ਘਟਦੇ ਜਾ ਰਹੇ ਹਨ। ਇੱਕ ਮਿੰਟ ਵਿੱਚ ਸਹਿਜ ਅਵਸਥਾ ਵਿੱਚ ਸਹੀ ਸਮੇਂ ਤੇ 72 ਵਾਰ ਹਾਰਟ ਬੀਟ ਹੁੰਦੀ ਹੈ ਔਰ ਇਸ ਪ੍ਰਕਾਰ ਜਗਤ ਰਵਿਦਾਸ ਮਹਾਰਾਜ ਨੇ ਵਿਸ਼ਵ ਨੂੰ ਉਪਦੇਸ਼ ਬਖਸ਼ਿਸ਼ ਕੀਤੇ ਹਨ ਕਿ ਦਮ ਸਹਿਸ ਹੰਸ 21 ਹਰ ਦਿਨ ਖਜ਼ਾਨੇ ਤੇ ਜਾਹੇਗੇ। 21,600 ਸਵਾਸ ਹਰ ਉਹ ਜੀਵ ਦੇ ਸਵਾਸਾ ਰੂਪੀ ਪੂੰਜੀ ਚੋਂ ਪਤੀਤ ਹੁੰਦੇ ਜਾ ਰਹੇ ਹਨ।
ਇਹ ਗੱਲ ਸਹੀ ਹੈ, ਜਿਹੜਾ ਜੀਵ ਇਸ ਸੰਸਾਰ ਤੇ ਆਇਆ ਉਸਨੇ ਇੱਕ ਨਾ ਇੱਕ ਦਿਨ ਜਾਣਾ ਹੈ। ਪਰ ਜਦੋਂ ਜੀਵ ਆਪਣੀ ਉਮਰ ਬਤੀਤ ਕਰਕੇ ਜਾਵੇ ਫਿਰ ਬਹੁਤਾ ਦੁੱਖ ਨਹੀਂ ਹੁੰਦਾ। ਵੈਸੇ ਤਾਂ ਇਸ ਜੀਵ ਦੀ ਕਮੀ ਕਦੀ ਪੂਰੀ ਨਹੀਂ ਹੁੰਦੀ, ਪਰ ਸੁਰਿੰਦਰਪਾਲ ਜੀ ਦੀ ਉਮਰ ਵੀ ਕੋਈ ਬਹੁਤ ਹੀ ਜ਼ਿਆਦਾ ਨਹੀਂ ਸੀ। ਆਪਣੀ ਸੰਸਾਰੀ ਯਾਤਰਾ ਪੂਰੀ ਕਰ ਗਏ। ਪਰਿਵਾਰ ਲਈ ਬੜਾ ਦੁਖਦਾਇਕ ਹੈ, ਪਰ ਇਹ ਪ੍ਰਭੂ ਦਾ ਹੁਕਮ ਹੈ। ਜਦੋਂ ਜੀਵ ਇਸ ਸੰਸਾਰ ਵਿੱਚ ਆਉਂਦਾ ਉਹ ਤਾਂ ਸਮਾਂ ਉਸ ਸਮੇਂ ਹੀ ਤੈਅ ਹੋ ਜਾਂਦਾ ਹੈ। ਫਿਰ ਪ੍ਰਸ਼ਨ ਪੈਦਾ ਹੁੰਦਾ ਸੀ, ਸੰਸਾਰ 'ਚ ਕਰਨ ਕੀ ਆਏ ਹਾਂ। ਜਗਤ ਗੁਰੂ ਰਵਿਦਾਸ ਜੀ ਮਹਾਰਾਜ ਅੰਮ੍ਰਿਤ ਬਾਣੀ ਵਿੱਚ ਉਪਦੇਸ਼ ਬਖਸ਼ਿਸ਼ ਕਰਦੇ ਹਨ। ਦੁਰਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬ ਵੇਕੇ, ਰਾਜੇ ਇੰਦਰ ਸਮਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੂ ਕੇ ਲੇਖੇ। ਇਸ ਜੀਵ ਨੂੰ ਇਹ ਅਨਮੋਲ ਜੀਵਨ ਜੋ ਇਸ ਸ੍ਰਿਸ਼ਟੀ ਵਿੱਚ ਸਰਬ ਵਿਆਪਕ ਪ੍ਰਭੂ ਦੀ ਸਭ ਤੋਂ ਮਹਾਨ ਸਿਰਜਣਾ ਇਹ ਮਾਨਵ ਜੀਵਨ ਹੈ। ਇਸ ਜੀਵਨ ਤੋਂ, ਇਸ ਮਾਨਵ ਜੀਵਨ ਤੋਂ ਮਹਾਨ ਕੇਵਲ ਤੇ ਕੇਵਲ ਸਰਬ ਵਿਆਪਕ ਪ੍ਰਭੂ ਹੈ। ਔਰ ਜਿਨ੍ਹਾਂ ਸੰਤਾਂ ਮਹਾਂਪੁਰਸ਼ਾਂ ਨੇ ਪ੍ਰਭੂ ਦੇ ਪ੍ਰਕਾਸ਼ ਨੂੰ ਅਨੁਭਵ ਕਰ ਲਿਆ ਉਹ ਮਹਾਨ ਹਨ। ਬਾਕੀ ਸਭ ਕੁਝ ਇਸ ਮਾਨਵ ਜੀਵਨ ਤੋਂ ਥੱਲੇ ਹੈ। ਇਹ ਅਨਮੋਲ ਜੀਵਨ ਪਿਛਲੇ ਪੁਨਾਂ ਦੇ ਕੀਤੇ ਹੋਏ ਸ੍ਰੇਸ਼ਟ ਕਰਮਾਂ ਦੇ ਅਨੁਸਾਰ ਪ੍ਰਾਪਤ ਹੋਇਆ ਹੈ। ਆਤਮ ਵਿਚਾਰ ਤੋਂ ਬਿਨਾਂ, ਸੋਝੀ ਤੋਂ ਬਿਨਾਂ ਇਹ ਵਿਅਰਥ ਜਾ ਰਿਹਾ ਹੈ। ਕਿਸੇ ਜੀਵ ਦੇ ਪਾਸ ਰਾਜੇ ਇੰਦਰ ਵਾਂਗ ਸੋਨੇ ਦੇ ਮਹਿਲ ਮਾੜੀਆਂ ਸੁਖ ਪ੍ਰਾਪਤ ਹੋਵੇ, ਪਰ ਹਰ ਦੀ ਭਗਤੀ ਤੋਂ ਬਿਨਾਂ ਕਿਸੇ ਵੀ ਲੇਖੇ ਨਹੀਂ ਹੈ। ਕਿਉਂਕਿ ਇੰਦਰ ਦਾ ਜੀਵਨ ਵੀ ਹਰ ਦੀ ਭਗਤੀ ਤੋਂ ਬਿਨਾਂ ਸੁਖ ਸੁਵਿਧਾ ਹੋਣ ਤੋਂ ਬਾਅਦ ਵਿਅਰਥ ਗਿਆ। ਇਸ ਤੇ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਸ੍ਰਿਸ਼ਟੀ ਵਿੱਚ ਜੋ ਹਰ ਦੀ ਸਭ ਤੋਂ ਮਹਾਨ ਸਿਰਜਣਾ ਮਾਨਵ ਜੀਵਨ ਹੈ, ਇਸ ਦਾ ਮਹੱਤਵ ਦੱਸਦੇ ਹਨ। ਮਾਨੁੱਖਾ ਅਵਤਾਰ ਦੁਰਲਭ। ਇਹ ਮਾਨਵ ਜੀਵ ਅਵਤਾਰਾਂ ਵਾਂਗੂ ਮਹਾਨ ਹੈ। ਔਰ ਇਸ ਜੀਵਨ ਦੀ ਸੋਝੀ ਕਦੋਂ ਆਉਂਦੀ ਹੈ? ਜਦੋਂ ਜੀਵ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਜਾਂਦਾ ਹੈ। ਗੁਰੂ ਸਭ ਰਹੱਸ ਅਗ ਮੈਂ ਜਾਣੇ, ਜੋ ਗੁਰੂ ਹੈ ਗਮ ਤੋਂ ਰਹਿਤ, ਅਗਮ ਰਹੱਸ ਨੂੰ ਜਾਣਦਾ ਹੈ। ਔਰ ਕਹਿ ਰਵਿਦਾਸ ਮਿਲਿਓ ਗੁਰ ਪੂਰੇ, ਜੇ ਅੰਤਰ ਹਰ ਮਿਲਾਨੇ। ਜਦੋਂ ਜੀਵ ਦਾ ਪੂਰਨ ਗੁਰੂ ਨਾਲ ਮਿਲਾਪ ਹੋ ਜਾਂਦਾ, ਅੰਦਰੋਂ ਵੀ ਜੀਵ ਹਰ ਨਾਲ ਇਸ ਦਾ ਮਿਲਾਪ ਕਰਾ ਦਿੰਦੇ ਹਨ। ਸੰਤ ਮਹਾਂਪੁਰਸ਼ ਇਸ ਮਾਨਵ ਜੀਵਨ ਨੂੰ ਦੀ ਸਾਰਥਕਤਾ ਦੱਸਦੇ ਹਨ ਕਿ ਮਾਨਵ ਜੀਵਨ ਸ੍ਰਿਸ਼ਟੀ ਵਿੱਚ ਸਰਬ ਵਿਆਪਕ ਪ੍ਰਭੂ ਦੀ ਸਭ ਤੋਂ ਮਹਾਨ ਸਿਰਜਣਾ ਹੈ। ਇਸ ਵਿੱਚ, ਇਸ ਜੀਵਨ ਵਿੱਚ ਮਾਨਵ ਨੂੰ ਅਗਿਆਨਤਾ, ਕਰਮ ਕਾਂਡਾਂ ਦਾ, ਡੰਬਰਾਂ ਦਾ ਤਿਆਗ ਕਰਕੇ ਗਿਆਨ ਦੀ ਪ੍ਰਾਪਤੀ ਕਰਨੀ, ਆਪਣੇ ਮੂਲ ਨਾਲ ਜੁੜ ਕੇ ਰਹਿਣਾ, ਜੀਵਨ ਵਿੱਚ ਮਿਹਨਤ ਕਰਕੇ ਅੱਗੇ ਵਧਣਾ, ਆਪਣੇ ਮਾਤਾ ਪਿਤਾ ਦੀ ਸੇਵਾ, ਬੜਿਆਂ ਦਾ ਸਤਿਕਾਰ, ਛੋਟਿਆਂ ਨਾਲ ਪਿਆਰ, ਸਭ ਦਾ ਭਲਾ ਮੰਗਣਾ ਔਰ ਸ਼ਬਦ ਦੀ ਕਮਾਈ ਕਰਨੀ। ਜਦੋਂ ਜੀਵ ਸ਼ਬਦ ਦੀ ਕਮਾਈ ਕਰਦਾ ਹੈ, ਗੁਰ ਕੀ ਮੂਰਤ ਮਨ ਵਿਖੇ ਧਰੋ ਸੋ ਹਰਦਮ ਧਿਆਨ, ਨਾਮ ਦਾਨ ਇਸ਼ਨਾਨ ਕਰ ਦੁਆਰੇ ਪਾਵੇ ਮਾਨ। ਅੱਖਾਂ ਤੋਂ ਉੱਪਰ ਗੁਰੂ ਦੀ ਮੂਰਤ ਦਾ ਧਿਆਨ, ਗੁਰੂ ਦੇ ਸ਼ਬਦ ਦਾ ਜਦੋਂ ਅਭਿਆਸ ਕਰਦਾ ਹੈ, ਵਰਣਾਤਮਕ ਸ਼ਬਦ ਜਦੋਂ ਧਨਾਤਮਕ ਸ਼ਬਦ ਤਬਦੀਲ ਹੋ ਜਾਂਦਾ ਹੈ। ਔਰ ਇਸ ਜੀਵ ਦੀ ਐਸੀ ਅਵਸਥਾ ਆ ਜਾਂਦੀ ਹੈ, ਸਹਿਜ ਸਮਾਧ ਉਪਾਦ ਰਹਿਤ ਪੁਨ ਵੱਡੇ ਭਾਗ ਲਿਵ ਲਾਗੀ। ਸਹਿਜ ਸਮਾਧੀ ਲੱਗਦੀ ਹੈ। ਜੋ ਜੀਵ ਬੈਠਦਾ ਹੈ, ਪਹਿਲੇ ਪੈਰ ਸੌਂਦੇ, ਲੱਤਾਂ ਸੌਂਦੀਆਂ, ਸਾਰਾ ਸਿਰ ਸੌਂ ਜਾਂਦਾ, ਸੁੰਨ ਅਵਸਥਾ 'ਚ ਪਹੁੰਚ ਜਾਂਦਾ। ਦੂਸਰਾ ਜੀਵ ਦਾ ਧਿਆਨ ਹੀ ਇੰਨਾ ਪੱਕ ਜਾਂਦਾ ਕਿ ਜੋ ਜੀਵ ਮਨ ਇਕਾਗਰ ਰੋਜ਼ ਕਰਦਾ ਹੈ, ਅੱਖਾਂ ਤੋਂ ਉੱਪਰ ਧਿਆਨ ਧਰਦਾ ਹੈ, ਇਹਦਾ ਧਿਆਨ
ਕੇਂਦਰ ਬਿੰਦੂ ਤੇ ਪਹੁੰਚ ਜਾਂਦਾ ਹੈ। ਫਿਰ ਇਸ ਜੀਵ ਨੂੰ ਅੱਖਾਂ ਤੋਂ ਉੱਪਰ ਪ੍ਰਕਾਸ਼ ਦਿਖਾਈ ਦਿੰਦਾ ਹੈ। ਸਹਿ ਸਮਾਧ ਉਪਾਦ ਰਹਿਤ ਪੁਨ, ਸਹਿ ਸਮਾਧੀ ਉਪਾਧੀਆਂ ਤੋਂ ਰਹਿਤ ਹੋ ਕੇ ਲੱਗਦੀ ਹੈ। ਨਹੀਂ ਤਾਂ ਜੀਵ ਨੂੰ ਦੇਵ ਸੰਸੈ ਗਾਟ ਨਾ ਛੂਟੇ, ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚੋ ਮਿਲ ਲੂਟੇ। ਨਹੀਂ ਤਾਂ ਜੀਵ ਕਾਮ ਕ੍ਰੋਧ ਲੋਭ ਅਹੰਕਾਰ ਈਰਖਾ ਵਿੱਚ ਫਸਿਆ ਹੋਇਆ ਆਪਣੇ ਅਨਮੋਲ ਜੀਵਨ ਨੂੰ ਲੁਟਾਈ ਜਾ ਰਿਹਾ ਹੈ। ਔਰ ਜਦੋਂ ਜੀਵ ਅੱਖਾਂ ਤੋਂ ਉੱਪਰ ਧਿਆਨ ਇਕਾਗਰ ਕਰਦਾ ਹੈ, ਸਹਿਜ ਸਮਾਧੀ ਲੱਗਦੀ ਹੈ, ਆਪਾਦੀਆਂ ਤੋਂ ਰਹਿਤ ਹੋ ਕੇ ਵੱਡੇ ਭਾਗ ਹੋਣ ਜੀਵ ਦੀ ਹਰਨਾ ਬਿਰਤੀ ਜੁੜਦੀ ਹੈ। ਜਦੋਂ ਵਰਣਾਤਮਕ ਸ਼ਬਦ ਧੁਨਾਤਮਕ ਸ਼ਬਦ ਤਬਦੀਲ ਹੋ ਜਾਂਦਾ ਹੈ, ਅੱਖਾਂ ਤੋਂ ਉੱਪਰ ਗੁਰੂ ਦੀ ਮੂਰਤ ਦਾ ਧਿਆਨ, ਗੁਰੂ ਦੇ ਸ਼ਬਦ ਦਾ ਅਭਿਆਸ ਕਰਕੇ ਜੀਵ ਆਨੰਦਮਈ ਅਵਸਥਾ ਵਿੱਚ ਪਹੁੰਚ ਜਾਂਦਾ ਹੈ। ਵੱਡੇ ਭਾਗ ਲਿਵ ਲਾਗੀ, ਉਸ ਤੋਂ ਵੱਡੇ ਭਾਗ ਹੁਣ ਜੀਵ ਦੀ ਲਿਵ ਹਰ ਨਾਲ ਜੁੜਦੀ ਹੈ। ਕਹਿ ਰਵਿਦਾਸ ਪ੍ਰਗਾਸ ਦੇ ਧਰ, ਜਨਮ ਮਨ ਪੈ ਭਾਗੀ। ਜੋ ਜੀਵ ਦੇ ਅੰਦਰ ਨਾਮ ਦਾ ਪ੍ਰਕਾਸ਼ ਹੋ ਜਾਂਦਾ, ਜਨਮ ਅਤੇ ਮਰਨ ਦਾ ਭੈ ਸਮਾਪਤ ਹੋ ਜਾਂਦਾ। ਸਾਡੇ ਮਨ ਵਿੱਚ ਇਹ ਕੁਐਸਚਨ ਰਹਿੰਦਾ, ਕਿੱਥੋਂ ਆਏ ਕਿੱਥੇ ਜਾਣਾ। ਇਹਦਾ ਜਵਾਬ ਵੀ ਸਾਨੂੰ ਅੰਦਰੋਂ ਹੀ ਮਿਲਦਾ ਹੈ। ਜਿਹੜੇ ਲੋਕ ਧਿਆਨੀ ਹਨ ਉਹ ਹਰ ਰੋਜ਼ ਧਿਆਨ ਲਗਾ ਕੇ ਗੁਰੂਆਂ ਦੇ ਚਰਨਾਂ ਵਿੱਚ ਜਾਂਦੇ ਹਨ। ਕਹਿ ਰਵਿਦਾਸ ਖਲਾਸ ਚ ਮਾਰਾ, ਜੋ ਹਮ ਸਹਿਰੀ ਸੋ ਮੀਤ ਹਮਾਰਾ। ਜਦੋਂ ਜੀ ਬੰਧਨਾਂ ਤੋਂ ਖਲਾਸ ਹੋ ਜਾਂਦਾ, ਜਗਤ ਗੁਰੂ ਰਵਿਦਾਸ ਮਹਾਰਾਜ ਜੀ ਚਾਰਨ ਕਰਦੇ ਹਨ, ਇਹ ਜੀ ਮੇਰਾ ਹਮ ਸ਼ਹਿਰੀ ਹੈ, ਮੇਰਾ ਮਿੱਤਰ ਹੈ। ਸੱਚਖੰਡ ਮੇ ਜਾ ਬਸੇ, ਕਹਿ ਰਵਿਦਾਸ ਤੂੰ ਮੀਤ। ਇਹ ਜੀਵ ਸੱਚਖੰਡ ਦਾ ਵਾਸੀ ਬਣ ਜਾਂਦਾ ਹੈ। ਜਿਹੜੇ ਲੋਕ ਧਿਆਨੀ ਹਨ, ਜਦੋਂ ਅੱਖਾਂ ਤੋਂ ਉੱਪਰ ਧਿਆਨ ਟਿਕਾਉਂਦੇ ਹਨ, ਹਰ ਰੋਜ਼ ਗੁਰੂਆਂ ਦੇ ਚਰਨਾਂ ਵਿੱਚ ਜਾਂਦੇ ਹਨ, ਨਮਸਕਾਰ ਕਰਦੇ ਹਨ, ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਜੀਵਤ ਮੁਕੰਦੇ ਮਰਤ ਮੁਕੰਦੇ, ਤਾਂ ਕੇ ਸੇਵਕ ਕੋ ਸਦਾ ਨੰਦੇ। ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿੱਚ ਜਗਿਆਸੂ ਨੇ ਬੇਨਤੀ ਕੀਤੀ ਕਿ ਜੀਵ ਮੁਕਤ ਕਦੋਂ ਹੁੰਦਾ। ਸਦੀਆਂ ਤੋਂ ਸਾਨੂੰ ਇਹ ਸਿਖਾਇਆ ਗਿਆ ਕਿ ਆਪਣਾ ਫਰਜ਼ ਨਿਭਾਓ, ਮਰਨ ਤੋਂ ਬਾਅਦ ਜੀਵ ਮੁਕਤ ਪ੍ਰਾਪਤ ਕਰਦਾ। ਜਗਤ ਰਵਿਦਾਸ ਮਹਾਰਾਜ ਨੇ ਉਚਾਰਨ ਕੀਤਾ, ਜੀਵਤ ਮੁਕਤ ਸਦਾ ਨਿਰਵਾਣ। ਜੀਵ ਇਸ ਜੀਵਨ ਵਿੱਚ ਹੀ ਮੁਕਤ ਹੁੰਦਾ ਜਦੋਂ ਆਪਣੇ ਧਿਆਨ ਨੂੰ ਅੱਖਾਂ ਤੋਂ ਉੱਪਰ ਲਿਜਾ ਕੇ ਪ੍ਰਕਾਸ਼ ਦਾ ਅਨੁਭਵ ਕਰਦਾ ਹੈ। ਔਰ ਜੀਵਤ ਮੁਕੰਦੇ ਮਰਤ ਮੁਕੰਦੇ, ਤਾਂ ਕੇ ਸੇਵਕ ਕੋ ਸਦਾ ਨੰਦੇ। ਇਸ ਜੀਵਨ ਵਿੱਚ ਹੀ ਮੁਕਤੀ ਪਦ ਨੂੰ ਪਾ ਕੇ ਜੀਵ ਆਨੰਦ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਔਰ ਅੰਤ ਸਮੇਂ ਤੱਕ ਹਮੇਸ਼ਾ ਐਸਾ ਆਨੰਦ ਬਣਿਆ ਰਹਿੰਦਾ ਹੈ। ਐਸੀ ਅਵਸਥਾ ਸੰਤਾਂ ਮਹਾਂਪੁਰਸ਼ਾਂ ਦੀ ਕਿਰਪਾ ਨਾਲ ਆਉਂਦੀ ਹੈ। ਵਿਸ਼ਵ ਭਰ ਵਿੱਚ ਕਰੋੜਾਂ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਦੇ ਪੈਰੋਕਾਰਾਂ ਦੀ ਰਵਿਦਾਸਿਆ ਧਰਮ ਪਹਿਚਾਨ ਹੈ ਔਰ ਰਵਿਦਾਸਿਆ ਕੌਮ ਭਾਰਤ ਦੀ ਸਭ ਤੋਂ ਵੱਡੀ ਕੌਮ ਹੈ। ਵਿਸ਼ਵ ਭਰ ਵਿੱਚ ਸੰਗਤਾਂ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਦੇ ਹਜ਼ੂਰੀ ਵਿੱਚ ਆਪਣੇ ਸਮਾਜਿਕ ਧਾਰਮਿਕ ਰੀਤੀ ਰਿਵਾਜ ਕਰਕੇ ਆਜ਼ਾਦੀ ਦਾ ਆਨੰਦ ਅਨੁਭਵ ਕਰਦੀਆਂ ਹਨ। ਜਿਹੜੇ ਲੋਕ ਆਪਣੇ ਪਿਤਾ ਨੂੰ ਯਾਦ ਰੱਖਦੇ ਹਨ, ਉਹਨਾਂ ਦਾ ਦੂਸਰੇ ਵੀ ਸਤਿਕਾਰ ਕਰਦੇ ਹਨ। ਚਾਹੇ ਸਨ ਆਫ ਹੋਵੇ, ਚਾਹੇ ਡਾਕਟਰ ਹੋਵੇ, ਹਮੇਸ਼ਾ ਪਿਤਾ ਦਾ ਨਾਮ ਲਿਖਿਆ ਜਾਂਦਾ ਹੈ। ਔਰ ਜਿਹੜੇ ਆਪਣੇ ਪਿਤਾ ਨੂੰ ਚੇਤੇ ਰੱਖਦੇ, ਉਹਨਾਂ ਦਾ ਦੂਸਰੇ ਵੀ ਸਨਮਾਨ ਕਰਦੇ ਹਨ। ਆਪਾਂ ਦੁਨਿਆਵੀ ਪੱਖ ਵੀ ਦੇਖ ਲਈਏ, ਜੇਕਰ ਬੱਚਾ ਆਗਿਆਕਾਰੀ ਹੈ ਤਾਂ ਦੂਸਰੇ ਉਸ ਦਾ ਸਨਮਾਨ ਕਰਦੇ ਹਨ ਔਰ ਜਿਹੜੇ ਭਟਕ ਜਾਂਦੇ ਹਨ ਭਟਕੇ ਰਹਿੰਦੇ ਹਨ। ਤੋ ਜੋ ਕੁਝ ਮਿਲਣਾ ਆਪਣੇ ਰਹਿਬਰ ਦੀ ਸ਼ਰਨ 'ਚੋਂ ਮਿਲਣਾ ਹੈ। ਕੁਝ ਮਹੀਨੇ ਪਹਿਲਾਂ ਮੈਂ ਆਇਆ ਸ਼ਾਮ ਨੂੰ, ਮੈਨੂੰ ਯਾਦ ਆ, ਅੰਦਰ ਬੈਠੇ ਗੱਲਬਾਤ ਹੋਈ, ਪੁੱਛਿਆ ਸੇ ਠੀਕ ਆ ਔਰ ਬੜੇ ਮਿਲਣਸਾਰ ਸੀ, ਬੜੇ ਪ੍ਰੇਮੀ। ਔਰ ਇਹ ਸਾਰਾ ਹੀ ਜੋ ਰੇਰੂ ਬਾਇਆਂ ਦਾ ਸੁਖੂ ਕਿਹਾ ਜਾਂਦਾ, ਸਾਰੇ ਬਜ਼ੁਰਗਾਂ ਦਾ, ਨਗਰ ਦੇ ਸਾਰੇ ਹੀ ਸੰਗਤਾਂ ਦਾ ਬਹੁਤ ਪਿਆਰ ਔਰ ਸਾਰੇ ਮਿਲਣਸਾਰ ਗਾ। ਉਹਨਾਂ ਦੇ ਬੱਚਿਆਂ ਤੇ ਵੀ ਇਹੀ ਕਿਰਪਾ ਹੈ। ਗੁਰੂ ਪਿਆਰੀ ਸਾਧ ਸੰਗਤ, ਜਿਹੜਾ ਜੀਵ ਸੰਸਾਰ ਤੇ ਆਉਂਦਾ ਉਸਨੇ ਇੱਕ ਨਾ ਇੱਕ ਦਿਨ ਚੱਲ ਜਾਣਾ, ਇਹ ਟਲ ਸੱਚਾਈ ਹੈ। ਪਰ ਜੋ ਜੀਵ ਆਪਣੇ ਜੀਵਨ ਵਿੱਚ ਕਰਕੇ ਜਾਂਦਾ, ਉਹ ਹਮੇਸ਼ਾ ਹੀ ਯਾਦ ਰੱਖਿਆ ਜਾਂਦਾ ਹੈ। ਤੋ ਗੁਰੂ ਪਿਆਰੀ ਸਾਧ ਸੰਗਤ ਜੀ, ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ। ਕਦੀ ਘਾਟਾ ਪੂਰਾ ਨਹੀਂ ਹੋ ਸਕਦਾ, ਪਰ ਇਹ ਕੁਦਰਤ ਦਾ ਨਿਯਮ ਹੈ, ਸਤਿਗੁਰੂ ਦਾ ਹੁਕਮ ਹੈ। ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਵਿਸ਼ਵ ਨੂੰ ਵਿਰਾਗਮਈ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਤ ਨਾਹੀ। ਸੰਗ ਚਲਤ ਹੈ ਹਮ ਵੀ ਚਲਣਾ, ਦੂਰ ਗਗਨ ਸਿਰ
ऊपर मरना, क्या तू सोया जाग आना, तैं जीवन जग सच कर जाना। ए अगियानी पुरुषा, तू इस संसार ਨੂੰ सत करके ਮੰਨਿਆ है, अज्ञानता रूपी नींद चो जाग। तो गुरु प्यारी साध संगत जी, मैं ज़्यादा विस्तार ਵਿੱਚ ਨਾ ਜਾਂਦਾ ਹੋਇਆ जगत गुरु सतगुरु रविदास महाराज जी ਦੇ ਚਰਨਾਂ ਕਮਲਾਂ ਵਿੱਚ ਸਤਿਗੁਰ स्वामी ਸਰਵਨਦਾਸ ਜੀ महाराज जी ਦੇ ਪਾਵਨ ਚਰਨਾਂ ਕਮਲਾਂ ਵਿੱਚ ਅਰਦਾਸ ਕਰਦਾ ਹਾਂ ਕਿ ਮਹਾਰਾਜ ਜੀ ਸ੍ਰੀ ਮਾਨ ਸੁੰਦਰਪਾਲ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ, ਬਾਕੀ ਪਰਿਵਾਰ ਨੂੰ ਭਾਣਾ ਮੰਨਣ ਦਾ ਔਰ ਆਪਣੇ ਰਹਿਬਰਾਂ ਨਾਲ ਹਮੇਸ਼ਾ ਜੁੜ ਕੇ ਰਹਿਣ ਦਾ ਬਲ ਬਖਸ਼ਿਸ਼ ਕਰਨ ਜੀ। जय गुरुदेव। जो बोले सो नर पै, जगत गुरु रविदास महाराज की जय। जो बोले सो नर पै, सतगुरु स्वामी सरवणदास महाराज की जय। गुरुदेव।